So hello students, in this presentation, in this part of our presentation, we'll study about supportive strategies. ਆਪਾਂ ਪਿਛਲੀ ਪ੍ਰੈਜੈਂਟੇਸ਼ਨ ਵਿੱਚ ਪ੍ਰੀਵੈਂਟਿਵ ਸਟ੍ਰੈਟੇਜੀਜ਼ ਆਫ ਕਲਾਸਰੂਮ ਮੈਨੇਜਮੈਂਟ ਡਿਸਕਸ ਕਰ ਚੁੱਕੇ ਹਾਂ। ਪ੍ਰੀਵੈਂਟਿਵ ਸਟ੍ਰੈਟੇਜੀਜ਼ ਤੋਂ ਭਾਵ ਹੁੰਦਾ ਜਦੋਂ ਆਪਾਂ ਆਪਣੀ ਕਲਾਸ ਦਾ ਵਾਤਾਵਰਨ ਇਸ ਤਰ੍ਹਾਂ ਦਾ ਸਿਰਜਦੇ ਹਾਂ ਕਿ ਸਾਡੀ ਕਲਾਸ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਡਿਸਿਪਲਿਨ ਜਾਂ ਮਿਸਬਿਹੇਵੀਅਰਸ ਨਾ ਹੋਣ। ਸਪੋਰਟਿਵ ਸਟ੍ਰੈਟੇਜੀਜ਼ ਵਿੱਚ ਉਹ ਸਟ੍ਰੈਟੇਜੀਜ਼ ਆਉਂਦੀਆਂ ਜਿਸ ਵਿੱਚ ਅਸੀਂ ਬੱਚਿਆਂ ਦੀ ਹੈਲਪ ਕਰਦੇ ਹਾਂ ਤਾਂ ਜੋ ਇੱਕ ਪੋਜ਼ਿਟਿਵ ਬਿਹੇਵੀਅਰ ਹੈ ਜਿਹੜਾ ਉਹ ਆਪਣੇ ਅੰਦਰ ਡਿਵੈਲਪ ਕਰ ਸਕਣ ਤੇ ਸਾਡੀ ਕਲਾਸ ਦੇ ਵਿੱਚ ਇੱਕ ਪੋਜ਼ਿਟਿਵ ਲਰਨਿੰਗ এনवायरमेंट ਕ੍ਰੀਏਟ ਹੋ ਸਕੇ। ਅਸੀਂ ਰਲ ਕੇ ਕ੍ਰੀਏਟ ਕਰਦੇ ਸੋ ਦੈਟ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਿਸਬਿਹੇਵੀਅਰ ਜਾਂ ਇਨਡਿਸਿਪਲਿਨ ਦੀ ਸਟ੍ਰੈਟੇਜੀ ਉਹ ਨਾ ਹੋਵੇ। ਸੋ ਸਪੋਰਟਿਵ ਦੇ ਵਿੱਚ ਬੇਸਿਕਲੀ ਆਪਾਂ ਬੱਚਿਆਂ ਦੇ ਬਿਹੇਵੀਅਰ ਨੂੰ ਹੀ ਇਸ ਤਰ੍ਹਾਂ ਦਾ ਜਾਂ ਬੱਚਿਆਂ ਨੂੰ ਆਪਣੀਆਂ ਪ੍ਰੋਬਲਮ ਸੋਲਵ ਕਰਨ ਲਈ ਹੈਲਪ ਕਰਾਂਗੇ ਤਾਂ ਜੋ ਸਟੂਡੈਂਟਸ ਹੈ ਜਿਹੜੇ ਉਹ ਕਲਾਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਿਸਕੰਡਕਟ ਨਾ ਕਰਨ। ਸੋ ਜਿਵੇਂ ਆਪਾਂ ਪ੍ਰੀਵੈਂਟਿਵ ਸਟ੍ਰੈਟੇਜੀਜ਼ ਵਿੱਚ ਵੀ ਡਿਸਕਸ ਕੀਤਾ ਸੀਗਾ ਕਿ ਐਜ਼ ਅ ਟੀਚਰ ਯੂ ਨੀਡ ਟੂ ਕੀਪ ਦਿਸ ਇਨ ਮਾਈਂਡ ਕਿ ਯੂ ਨੀਡ ਟੂ ਡਿਵੈਲਪ ਅ ਰੈਗੂਲਰ ਬੇਸਿਸ ਦੇ ਉੱਤੇ ਤੁਹਾਨੂੰ ਬੱਚਿਆਂ ਨੂੰ ਇਨਕਰੇਜ ਕਰਨ ਦੀ ਲੋੜ ਹੈ ਕਿਉਂਕਿ ਜੇ ਆਪਾਂ ਇਨਕਰੇਜ ਕਰਾਂਗੇ ਤਾਂ ਹੀ ਆਪਾਂ ਇੱਕ ਸਪੋਰਟਿਵ ਲਰਨਿੰਗ এনवायरमेंट ਹੈ ਜਿਹੜਾ ਉਹ ਸਿਰਜ ਸਕਦੇ ਆ। ਇਸ ਨਾਲ ਕੀ ਫਾਇਦਾ ਹੁੰਦਾ ਕਿ ਬੱਚੇ ਆਪਣੇ ਐਫਰਟ 'ਤੇ ਧਿਆਨ ਦਿੰਦੇ ਆ, ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਕਲਾਸ ਦੇ ਵਿੱਚ ਜਿਹੜਾ ਆਪਣਾ ਐਫਰਟ ਕਰੀਏ ਜਾਂ ਕਿਸੇ ਕੰਮ ਨੂੰ ਕਰਨ ਲਈ ਜਿੰਨੇ ਉਹਦੇ ਲਈ ਮਿਹਨਤ ਕਰੀਏ ਦੈਟ ਇਜ਼ ਮੋਰ ਇੰਪੋਰਟੈਂਟ ਰਾਈਟ। ਸੋ ਦੇ ਟਰਾਈ ਟੂ ਵਰਕ ਹਾਰਡ ਐਂਡ ਈਵਨ ਇਫ ਜੇ ਉਹ ਅਨਸਕਸੈਸਫੁਲ ਵੀ ਹੋ ਜਾਂਦੇ ਨੇ ਦੈਨ ਆਲਸੋ ਡਿਸਕਰੇਜ ਨਹੀਂ ਹੁੰਦੇ ਰਾਈਟ। ਸੋ ਆਪਾਂ ਕਿਸ ਤਰ੍ਹਾਂ ਇਹ ਚੀਜ਼ ਕਰ ਸਕਦੇ ਹਾਂ ਜੇ ਟੀਚਰ ਬੱਚਿਆਂ ਦੇ ਕੰਮ ਦੇ ਵਿੱਚ ਰੁਚੀ ਦਿਖਾਉਣ, ਬੱਚਿਆਂ ਨੂੰ ਕੁਐਸਚਨ ਕਰਨ, ਉਹਨਾਂ ਦੇ ਕੰਮ ਦੇ ਉੱਤੇ ਕਮੈਂਟਸ ਦੇਣ ਰੈਗੂਲਰਲੀ ਦੈਨ ਦਿਸ ਹੈਲਪਸ them ਟੂ ਕੰਟੀਨਿਊ ਡੂਇੰਗ ਗੁੱਡ ਵਰਕ। ਕਲਾਸ ਦੇ ਵਿੱਚ ਤੁਸੀਂ ਸਟਲ ਮੀਨਸ ਮਤਲਬ ਥੋੜ੍ਹੇ ਜਿਹੇ ਨੀਵੇਂ ਪੱਧਰ ਦੇ ਬਟ ਨੋਨ ਵਰਬਲ ਕਿਊਜ਼ ਯੂਜ਼ ਕਰ ਸਕਦੇ ਹੋ। ਜਿਵੇਂ ਕਲਾਸ ਦੇ ਵਿੱਚ ਬੱਚੇ ਨਾਲ ਆਈ ਕੰਟੈਕਟ ਮੇਨਟੇਨ ਕਰਕੇ ਰੱਖਣਾ। ਬਹੁਤੀ ਵਾਰ ਕਲਾਸ ਵਿੱਚ ਜਦੋਂ ਬੱਚਾ ਥੋੜ੍ਹੀ ਮਾੜੀ ਜਿਹੀ ਵੀ ਸ਼ਰਾਰਤ ਕਰਦਾ ਉਹਨੂੰ ਅੱਖਾਂ ਨਾਲ ਦੇਖਣਾ, ਉਹਦੇ ਵੱਲ ਧਿਆਨ ਦੇਣਾ ਜਾਂ ਸਿਰ ਨੋਟ ਕਰਕੇ ਦੱਸਣਾ ਕਿ ਨਹੀਂ ਕਰਨਾ। ਸੋ ਦਿਸ ਕਾਈਂਡ ਆਫ ਨੋਨ ਵਰਬਲ ਕਿਊਜ਼ ਯੂ ਕੈਨ ਯੂਜ਼। ਥਰਡ ਇਜ਼ ਫਿਜ਼ੀਕਲ ਪ੍ਰੋਕਸੀਮਿਟੀ। ਕਈ ਵਾਰ ਤੁਹਾਨੂੰ ਆਪਣੀ ਕਲਾਸ ਦੇ ਵਿੱਚ ਦੇਖਿਆ ਜਦੋਂ ਤੁਸੀਂ ਪੇਪਰ ਦੇ ਰਹੇ ਹੁੰਦੇ ਹੋ ਤਾਂ ਕਲਾਸ ਵਿੱਚ ਤੁਸੀਂ ਪੇਪਰ ਦੇਣ ਲੱਗੇ ਮਾੜਾ ਜਿਹਾ ਹਿਲਦੇ ਹੋ ਤਾਂ ਇਨਵੀਜੀਲੇਟਰ ਤੁਹਾਡੇ ਕੋਲ ਆ ਕੇ ਖੜਾ ਹੋ ਜਾਂਦਾ। ਸੋ ਤੁਹਾਨੂੰ ਕੁਝ ਕਹਿੰਦਾ ਨਹੀਂ ਹੈ ਮੂੰਹ ਨਾਲ ਬਟ ਸਿਰਫ ਤੁਹਾਡੇ ਕੋਲ ਖੜਾ ਹੋ ਕੇ ਇਸ ਤਰ੍ਹਾਂ ਦਾ ਬਿਹੇਵੀਅਰ ਸ਼ੋ ਕਰਨ ਦੀ ਕੋਸ਼ਿਸ਼ ਕਰਦਾ ਵੀ ਦੁਬਾਰਾ ਪੇਪਰ ਕਰੋ, ਸੋ ਇੱਧਰ ਉੱਧਰ ਨਹੀਂ ਦੇਖਣਾ। ਸੋ ਦਿਸ ਕੈਨ ਬੀ ਡਨ। ਬੱਚਿਆਂ ਨੂੰ ਸੁਜੈਸ਼ਨ ਦੇਣਾ ਜੇ ਉਹ ਕਿਸੇ ਕੁਐਸਚਨ 'ਤੇ ਜਾਂ ਕਿਸੇ ਟਾਸਕ 'ਤੇ ਅਟਕ ਗਏ ਨੇ, ਉਹਨਾਂ ਤੋਂ ਕੰਮ ਨਹੀਂ ਅੱਗੇ ਹੋ ਪਾ ਰਿਹਾ, ਸੋ ਯੂ ਕੈਨ ਗਿਵ them ਸੁਜੈਸ਼ਨਸ। ਵੀ ਕੈਨ ਗਿਵ them ਸਮਾਲ ਚੈਲੰਜਸ। ਜਿਵੇਂ ਫੋਰ ਐਗਜ਼ਾਮਪਲ ਕਿ ਤੁਸੀਂ ਆਪਾਂ ਬੱਚੇ ਨੂੰ ਕਹੀਏ ਕਿ ਓਕੇ ਫਾਈਨ ਕਲਾਸ ਖਤਮ ਹੋਣ ਤੱਕ ਆਪਾਂ ਕਿੰਨੇ ਕੁਐਸਚਨ ਸੋਲਵ ਕਰ ਲਾਂਗੇ। ਸੋ ਦਿਸ ਇਜ਼ ਅ ਚੈਲੰਜ, ਲੈਟਸ ਸੀ ਮੈਕਸਿਮਮ ਕਿਹੜਾ ਬੱਚਾ ਕੁਐਸਚਨ ਸੋਲਵ ਕਰਦਾ ਹੈ। ਸੋ ਉਸ ਨਾਲ ਐਵਰੀ ਚਾਈਲਡ ਵਿਲ ਬੀ ਬਿਜ਼ੀ ਇਨ ਡੂਇੰਗ ਹਿਜ਼ ਵਰਕ ਰਾਈਟ। ਸਕੈਫੋਲਡਿੰਗ ਕਰਨਾ, ਲੋੜ ਅਨੁਸਾਰ ਬੱਚਿਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਤੁਸੀਂ ਆਪਣੀਆਂ ਟੀਚਿੰਗ ਸਟ੍ਰੈਟੇਜੀਜ਼ ਦੇ ਵਿੱਚ ਚੇਂਜਸ ਕਰਨਾ ਐਂਡ ਉਹਨਾਂ ਨੂੰ ਹੈਲਪ ਦੇਣੀ ਜਿਸ ਦੇ ਨਾਲ ਅਸੀਂ ਬੱਚਿਆਂ ਨੂੰ ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰਨ ਲਈ ਕੰਟਰੀਬਿਊਟ ਕਰ ਸਕੀਏ ਰਾਈਟ। So I hope this is clear with you. Moving to the second slide, we'll see the entire discipline management program should be a part of process of teaching responsible behavior. So ਬੱਚਿਆਂ ਨੂੰ ਜਦੋਂ ਆਪਾਂ discipline ਸਿਖਾਣਾ ਹੈ, discipline should not be concentrated to my own class only. ਸਿਰਫ ਮੇਰੀ ਕਲਾਸ 'ਚ ਹੀ ਬੱਚੇ ਨੇ discipline ਨਹੀਂ ਦਿਖਾਣਾ, ਓਵਰਆਲ ਲਾਈਫ ਦੇ ਵਿੱਚ ਉਹਦਾ ਜਿਹੜਾ ਬਿਹੇਵੀਅਰ ਉਹ ਰਿਸਪੌਂਸਿਬਲ ਵਾਲਾ ਹੋਣਾ ਚਾਹੀਦਾ। ਸੋ ਵੀ ਸ਼ੁੱਡ ਟੀਚ them ਰਿਸਪੌਂਸਿਬਲ ਬਿਹੇਵੀਅਰ, ਜ਼ਿੰਮੇਵਾਰੀ ਭਰਿਆ ਵਿਵਹਾਰ ਰਾਈਟ। ਸਟੂਡੈਂਟਸ ਕਿਵੇਂ ਸਿੱਖਦੇ ਹੈ? ਮੋਸਟ ਆਫ ਦਾ ਟਾਈਮ ਸਟੂਡੈਂਟਸ ਲਰਨ ਫਰੋਮ ਵਾਟ ਟੀਚਰ ਡੂ। ਜੋ ਤੁਸੀਂ ਕਲਾਸ ਵਿੱਚ ਕਰਦੇ ਹੋ ਬੱਚੇ ਤੁਹਾਡੀ ਉਸ ਚੀਜ਼ ਨੂੰ ਓਬਜ਼ਰਵ ਕਰਦੇ ਨੇ ਐਂਡ ਓਬਜ਼ਰਵ ਕਰਕੇ ਹੀ ਸਿੱਖਦੇ ਨੇ। ਸੋ ਐਜ਼ ਅ ਟੀਚਰ ਯੂ ਨੀਡ ਟੂ ਕੀਪ ਦਿਸ ਇਨ ਮਾਈਂਡ ਕਿ ਤੁਸੀਂ ਜਦੋਂ ਕਲਾਸ ਦੇ ਵਿੱਚ ਜਿਹੜਾ ਤੁਹਾਡਾ ਬਿਹੇਵੀਅਰ ਹੈ ਉਹ ਹਮੇਸ਼ਾ ਪਰਫੈਕਟ ਹੋਣਾ ਚਾਹੀਦਾ। ਦ ਵੇ ਯੂ ਇੰਟਰੈਕਟ ਵਿਦ ਯੋਰ ਸਟੂਡੈਂਟਸ, ਤੁਸੀਂ ਆਪਣੇ ਬੱਚਿਆਂ ਨਾਲ ਕਿਵੇਂ ਰਾਤ ਜਿਹੜੇ ਗੱਲਬਾਤ ਕਿਵੇਂ ਕਰਦੇ ਹੋ, ਉਹਨਾਂ ਨੂੰ ਐਡਰੈਸ ਕਿਵੇਂ ਕਰਦੇ ਹੋ। ਸੋ ਜਿੰਨਾ ਤੁਸੀਂ ਬੱਚਿਆਂ ਦੇ ਨਾਲ ਡਿਸਿਪਲਿਨ ਦੀਆਂ ਸਟ੍ਰੈਟੇਜੀਜ਼ ਸ਼ੇਅਰ ਕਰੋਗੇ, ਉਹਨਾਂ ਦੇ ਪਰਪਸਿਸ ਬੱਚਿਆਂ ਨੂੰ ਕਲੀਅਰ ਕਰੋਗੇ, ਉਹਨਾਂ ਬੱਚੇ ਹੈ ਜਿਹੜੇ ਵਧੀਆ ਢੰਗ ਨਾਲ ਰਿਸਪੌਂਸਿਬਲ ਬਿਹੇਵੀਅਰ ਨੂੰ ਸਿੱਖਣਗੇ। ਆਪਾਂ ਬੱਚਿਆਂ ਦੀ ਹੈਲਪ ਕਰਨਾ ਤਾਂ ਜੋ ਬੱਚੇ ਆਪਣੇ ਲਈ ਵੀ ਰਿਸਪੈਕਟ ਲੈ ਸਕਣ ਅਤੇ ਕਮਿਊਨਿਟੀ ਵਿੱਚ ਦੂਜੇ ਲੋਕਾਂ ਲਈ ਵੀ ਰਿਸਪੈਕਟ ਕਰਨ। ਜਿਵੇਂ ਤੁਸੀਂ ਆਪਾਂ ਆਪਣੇ ਪੀਐਨਸ ਨੂੰ ਵੀਰ ਜੀ ਬਾਈ ਜੀ ਕਹਿ ਕੇ ਬੁਲਾਉਂਦੇ ਹੋ। ਸੋ ਯੂ ਨੀਡ ਟੂ ਕੀਪ ਦੈਟ ਇਨ ਮਾਈਂਡ ਕਿ ਵੀ ਨੀਡ ਟੂ ਰਿਸਪੈਕਟ ਪੀਪਲ, ਅਦਰ ਪੀਪਲ ਜਿਹੜੇ ਦੂਸਰੇ ਸਾਡੀ ਲਾਈਫ ਵਿੱਚ ਇੱਕ ਰੋਲ ਪਲੇ ਕਰਦੇ ਆ ਰਾਈਟ। ਐਂਡ ਫॉर ਯੋਰ ਪ੍ਰੋਪਰਟੀ ਆਲਸੋ, ਜਿਵੇਂ ਕਲਾਸਰੂਮ ਵਿੱਚ ਤੁਹਾਨੂੰ ਕਹਿੰਦਾ ਕੰਧਾਂ ਦੇ ਉੱਤੇ ਪੈਰ ਨਹੀਂ ਲਗਾਉਣੇ, ਬੈਂਚ ਨਹੀਂ ਤੋੜਨੇ, ਵੀ ਨੀਡ ਟੂ ਕੀਪ ਦਿਸ ਇਨ ਮਾਈਂਡ ਕਿ ਜਿਹੜੀ ਪਬਲਿਕ ਪ੍ਰੋਪਰਟੀ ਹੈ ਉਹ ਸਾਡੀ ਪਰਸਨਲ ਪ੍ਰੋਪਰਟੀ ਨਹੀਂ ਹੈ। ਜਿਸ ਤਰ੍ਹਾਂ ਅਸੀਂ ਆਪਣੀ ਨਿੱਜੀ ਪ੍ਰੋਪਰਟੀ ਨੂੰ ਸੰਭਾਲ ਕੇ ਰੱਖਦੇ ਹਾਂ ਉਸੇ ਤਰ੍ਹਾਂ ਸਾਨੂੰ ਸਾਡੀ ਪਬਲਿਕ ਪ੍ਰੋਪਰਟੀ ਵੀ ਸੰਭਾਲ ਕੇ ਰੱਖਣੀ ਚਾਹੀਦੀ। ਸੋ ਜਦੋਂ ਵੀ ਤੁਸੀਂ ਪ੍ਰਬੰਧ ਦਾ ਇੱਕ ਪ੍ਰੋਗਰਾਮ ਉਲੀਕੋ ਉਸ ਵਿੱਚ ਇਸ ਚੀਜ਼ ਦਾ ਧਿਆਨ ਰੱਖੋ ਕਿ ਬੱਚਿਆਂ ਨੂੰ ਜੋ ਮੋਸਟ ਇੰਪੋਰਟੈਂਟਲੀ ਸਿਖਾਉਣਾ ਹੈ ਉਹ ਰਿਸਪੈਕਟ ਸਿਖਾਉਣੀ ਹੈ। ਸੋ ਜਿਹਦੇ ਨਾਲ ਤੁਸੀਂ ਰਿਸਪੌਂਸਿਬਲ ਬਿਹੇਵੀਅਰ ਟੀਚ ਕਰਨ ਦੇ ਨਾਲ ਆਪਣੀ ਕਲਾਸ ਵਿੱਚ ਇੱਕ ਹਾਰਮੋਨੀ ਸਥਾਪਿਤ ਕਰਨਾ ਅਤੇ ਬੱਚਿਆਂ ਨੂੰ ਐਕਟਿਵਲੀ ਇਨਵੋਲਵ ਕਰਨਾ ਡਿਸਿਪਲਿਨ ਦੇ ਪ੍ਰੋਸੈਸ ਵਿੱਚ। ਥੀਸ ਆਰ ਮੇਨ 3 ਥਿੰਗਸ ਯੂ ਸ਼ੁੱਡ ਫੋਕਸ
ਜਦੋਂ ਵੀ ਤੁਸੀਂ ਬੱਚਿਆਂ ਦੇ ਅੰਦਰ ਇੱਕ ਡਿਜ਼ਾਇਰੇਬਲ ਬਿਹੇਵੀਅਰ ਇਨਕਲਕੇਟ ਕਰਨਾ ਹੈ। ਇਹਦੇ ਲਈ ਆਪਾਂ ਪੇਰੈਂਟਸ ਦੀ ਕੋਆਪਰੇਸ਼ਨ ਵੀ ਲੈ ਸਕਦੇ ਹਾਂ, ਬਿਕੋਜ਼ ਵੈਨ ਪੇਰੈਂਟਸ ਹੈ ਜਿਹੜੇ ਉਹ ਵੀ ਆਪਣੇ ਬੱਚਿਆਂ ਨੂੰ ਘਰੇ ਸੇਮ ਚੀਜ਼ ਸਿਖਾਉਣਾ ਚਾਹੁੰਦੇ, ਸੋ ਵਾਈ ਨੋਟ ਆਪਾਂ ਰਲ ਕੇ ਕੰਮ ਕਰੀਏ। ਐਂਡ ਇਸ ਦੇ ਨਾਲ ਤੁਸੀਂ ਜਦੋਂ ਵੀ ਬੱਚਿਆਂ ਦੇ ਅੰਦਰ ਇਨਕਰੇਜਮੈਂਟ ਕਰੋਗੇ ਜੇ, ਤਾਂ ਉਸ ਇਨਕਰੇਜਮੈਂਟ ਦੇ ਨਾਲ ਵੀ ਬੱਚੇ ਨੂੰ ਜਿਹੜਾ ਮੋਟੀਵੇਸ਼ਨ ਰਹਿੰਦੀ ਹੈ ਦੇ ਕੰਟੀਨਿਊ ਡੂਇੰਗ ਗੁੱਡ ਬਿਹੇਵੀਅਰ, ਰਾਈਟ। ਸੋ ਨੋਰਮਲੀ ਜਦੋਂ ਤੁਸੀਂ ਰਿਸਪੋਂਸੀਬਲ ਬਿਹੇਵੀਅਰ ਦੀ ਗੱਲ ਕਰੋਗੇ, ਸੋ ਦੀਜ਼ ਆਰ ਫਿਊ ਥਿੰਗਸ ਯੂ ਸ਼ੁੱਡ ਇਨਕਲੂਡ ਇਨ ਯੋਰ ਪ੍ਰੋਗਰਾਮ। ਬੱਚਿਆਂ ਦੇ ਕਰੈਕਟਰ ਡਿਵੈਲਪਮੈਂਟ, ਚਰਿੱਤਰ ਦਾ ਨਿਰਮਾਣ ਕਰਨਾ, ਸੋ ਦੇ ਸ਼ੁੱਡ ਬੀ ਸਟੂਡੈਂਟਸ ਵਿਦ ਗੁੱਡ ਕਰੈਕਟਰ। ਗੁੱਡ ਕਰੈਕਟਰ ਡਜ਼ਨਟ ਮੀਨ ਕਿ ਨੋਟ ਮਤਲਬ ਗੁੱਡ ਕਰੈਕਟਰ ਮੀਨਸ ਇੰਟੀਗ੍ਰਿਟੀ ਹੋਵੇ, ਡਿਗਨਿਟੀ ਹੋਵੇ ਉਹਨਾਂ ਦੇ ਵਿੱਚ, ਉਹ ਆਪਣੇ ਸੁਲਝੇ ਹੋਏ ਇਨਸਾਨ ਹੋਣ। ਵਧੀਆ ਕਮਿਊਨੀਕੇਸ਼ਨ ਸਕਿੱਲਸ ਡਿਵੈਲਪ ਕਰਨਾ, ਸੋ ਦੈਟ ਉਹ ਆਪਣੀ ਗੱਲ ਨੂੰ ਸਪਸ਼ਟ ਭਾਸ਼ਾ ਵਿੱਚ ਕਹਿ ਸਕਣ। ਸਮਾਜਿਕ ਸਕਿੱਲਸ ਡਿਵੈਲਪ ਕਰਨਾ, ਰਲ ਮਿਲ ਕੇ ਰਹਿਣਾ ਸਿਖਾਉਣਾ। ਐਂਗਰ ਮੈਨੇਜਮੈਂਟ, ਗੁੱਸਾ ਸਭ ਨੂੰ ਆਉਂਦਾ, ਪਰ ਆਪਣੇ ਗੁੱਸੇ ਦਾ ਪ੍ਰਬੰਧ ਕਿਵੇਂ ਕਰਨਾ, ਦੈਟ ਵੀ ਨੀਡ ਟੂ ਟੀਚ ਦੈਮ। ਕੌਨਫਲਿਕਟ ਰੈਜ਼ੋਲੂਸ਼ਨ, ਜੇ ਕੋਈ ਲੜਾਈ ਝਗੜਾ ਜਾਂ ਟਕਰਾਅ ਹੋ ਜਾਂਦਾ ਉਹਨੂੰ ਸੁਲਝਾਉਣਾ ਕਿਵੇਂ, ਆਪਣੇ ਐਕਸ਼ਨਸ ਲਈ ਜ਼ਿੰਮੇਵਾਰੀ ਚੱਕਣਾ। ਸੈਲਫ ਕੰਟਰੋਲ, ਆਪਣੇ ਆਪ 'ਤੇ ਕੰਟਰੋਲ ਕਰਨਾ। ਫੈਸਲੇ ਲੈਣ ਦੇ ਹੁਨਰ, ਡਿਸੀਜਨ ਮੇਕਿੰਗ ਸਕਿੱਲਸ। ਐਂਡ ਪਲੱਸ ਸੰਵੇਗਾਤਮਕ ਜਿਹੜੀ ਇੰਟੈਲੀਜੈਂਸ ਹੈ, ਬੁੱਧੀ ਹੈ, ਉਸ ਦਾ ਵਿਕਾਸ ਕਰਨਾ। ਸੋ ਯੂ ਸ਼ੁੱਡ ਡੂ ਸਮ ਕਾਈਂਡ ਆਫ ਅ ਪ੍ਰੋਗਰਾਮ ਸਾਨੂੰ ਲਿਖਣੇ ਚਾਹੀਦੇ ਨੇ ਜਿਸ 'ਚ ਬੱਚਿਆਂ ਦੇ ਵਿੱਚ ਅਸੀਂ ਇਹ ਜਿਹੜੇ ਫੈਕਟਰਸ ਹੈ ਉਹਨਾਂ ਨੂੰ ਡਿਵੈਲਪ ਕਰ ਸਕੀਏ। ਸੋ ਫਸਟ ਜਿਵੇਂ ਆਪਾਂ ਫਸਟ ਜਿਹੜੀ ਆਪਣੀ ਟੀਚਿੰਗ ਸਟ੍ਰੈਟੇਜੀ ਸੀਗੀ ਉਹ ਸੀਗੀ ਟੀਚਿੰਗ ਰਿਸਪੋਂਸੀਬਲ ਬਿਹੇਵੀਅਰ। ਸਭ ਤੋਂ ਪਹਿਲੀ ਇਹ ਹੈ। ਜਦੋਂ ਆਪਾਂ ਸੈਕਿੰਡ ਦੇਖਦੇ ਹਾਂ, ਸੈਕਿੰਡ ਇਜ਼ ਇਸਟੈਬਲਿਸ਼ਿੰਗ ਕਲਾਸਰੂਮ ਹਾਰਮੋਨੀ। ਕਲਾਸ ਦੇ ਵਿੱਚ ਇੱਕ ਹਾਰਮੋਨੀ ਇਸਟੈਬਲਿਸ਼ ਕਰਨਾ। ਸੋ ਦ ਫੀਲਿੰਗ ਆਫ ਆਵਰ ਕਲਾਸ, ਜਦੋਂ ਸਾਨੂੰ ਲੱਗਦਾ ਕਿ ਇਹ ਸਾਡੀ ਕਲਾਸ ਹੈ ਐਂਡ ਸਾਡੀ ਲਰਨਿੰਗ ਕਮਿਊਨਿਟੀ ਹੈ, ਸੋ ਇਹ ਆਪਾਂ ਨੇ ਫੀਲਿੰਗ ਡਿਵੈਲਪ ਕਰਨੀ ਹੈ। ਅੰਟਿਲ ਅਨਲੈਸ ਯੂ ਵਿਲ ਓਨ ਯੋਰ ਕਲਾਸ, ਜਦ ਤੱਕ ਤੁਸੀਂ ਆਪਣੀ ਕਲਾਸ ਨੂੰ ਇਹ ਨਹੀਂ ਮੰਨੋਗੇ ਕਿ ਇਹ ਮੇਰੀ ਆਪਣੀ ਕਲਾਸ ਹੈ, ਉਦੋਂ ਤੱਕ ਆਪਾਂ ਕਲਾਸ ਦੇ ਮਾਹੌਲ ਨੂੰ ਵਧੀਆ ਤਰ੍ਹਾਂ ਸਿਰਜਣ ਵਿੱਚ ਯੋਗਦਾਨ ਨਹੀਂ ਪਾਵਾਂਗੇ। ਇਸ ਦੇ ਲਈ ਤੁਸੀਂ ਕਲਾਸ ਬਿਲਡਿੰਗ ਐਕਟੀਵਿਟੀਜ਼ ਕਰ ਸਕਦੇ ਹੋ, ਟੀਮ ਬਿਲਡਿੰਗ ਐਕਟੀਵਿਟੀਜ਼ ਕਰ ਸਕਦੇ ਹੋ, ਕਲਾਸ ਮੀਟਿੰਗਸ ਕਰ ਸਕਦੇ ਹੋ। ਇਸ ਨਾਲ ਕੀ ਹੈ ਕਿ ਬੱਚਿਆਂ ਨੂੰ ਇਸ ਚੀਜ਼ ਦਾ ਅਹਿਸਾਸ ਹੋਊਗਾ ਕਿ ਉਹ ਟੀਚਰ ਦੇ ਲਈ ਇੰਪੋਰਟੈਂਟ ਨੇ ਐਂਡ ਬਾਕੀ ਸਟੂਡੈਂਟਸ ਵੀ ਕਲਾਸ 'ਚ ਇੰਪੋਰਟੈਂਟ ਨੇ। ਇਸ ਰੀਜ਼ਨਸ ਨਾਲ ਵੀ ਸਾਨੂੰ ਸਾਡੀ ਕਲਾਸ ਵਿੱਚ ਅਸੈਪਟੈਂਸ ਮਿਲਦੀ ਹੈ ਐਂਡ ਅਸੀਂ ਇੱਕ ਹੀ ਗਰੁੱਪ ਦੇ ਨੂੰ ਬਿਲੋਂਗ ਕਰਦੇ ਹਾਂ। ਐਂਡ ਪਲੱਸ ਉਹਨਾਂ ਦੇ ਵਿੱਚ ਇੱਕ ਇਨਕਰੇਜਮੈਂਟ ਹੋਊਗੀ ਕਿ ਅਸੀਂ ਆਪ ਤੋਂ ਵੱਡਿਆਂ ਦੀ ਗੱਲ ਸੁਣਨੀ ਹੈ, ਆਪ ਇੱਕ ਦੂਜੇ ਦੀ ਇੱਜ਼ਤ ਕਰਨੀ ਹੈ ਐਂਡ ਆਪਣੀ ਜ਼ਿੰਦਗੀ ਵਿੱਚ ਜੋ ਅਥੋਰਿਟੀ ਫਿਗਰਸ ਹੈ ਉਹਨਾਂ ਦੀ ਇੱਜ਼ਤ ਵੀ ਕਰਨੀ। ਸੋ ਚਾਹੇ ਉਹ ਮਾਂ ਬਾਪ ਨੇ, ਚਾਹੇ ਉਹ ਟੀਚਰਸ ਨੇ। ਸੋ ਇਹ 4-5 ਚੀਜ਼ਾਂ ਆਪਾਂ ਬੱਚਿਆਂ 'ਚ ਡਿਵੈਲਪ ਕਰਦੇ ਹਾਂ। ਵੈਲਿਊਡ, ਕਿ ਬੱਚੇ ਇੰਪੋਰਟੈਂਟ ਹੈ, ਹਰ ਬੱਚਾ ਕਲਾਸ ਦਾ ਇੱਕ ਹਿੱਸਾ ਹੈ, ਅਹਿਮ ਹਿੱਸਾ ਹੈ। ਉਸਨੂੰ ਬੱਚੇ ਨੂੰ ਜਿਵੇਂ ਹੈ ਉਵੇਂ ਹੀ ਅਸੀਂ ਉਸਨੂੰ ਅਪਣਾ ਰਹੇ ਹਾਂ। ਉਹਦੀ ਬਿਲੋਂਗਿੰਗਨੈਸ ਹੈ, ਉਹ ਕਲਾਸ ਨੂੰ ਬਿਲੋਂਗ ਕਰਦਾ, ਉਹਦੀ ਹਰ ਗੱਲ ਨੂੰ ਸੁਣਿਆ ਜਾਏਗਾ ਅਤੇ ਉਸਨੂੰ ਪ੍ਰੋਤਸਾਹਿਤ ਵੀ ਕੀਤਾ ਜਾਏਗਾ ਜੋ ਉਹ ਕਰਨਾ ਚਾਹੁੰਦਾ। ਸੋ ਜਦੋਂ ਆਪਾਂ ਬੱਚੇ ਦੇ ਵਿੱਚ ਇਹ ਭਾਵਨਾਵਾਂ ਦਾ ਵਿਕਾਸ ਕਰਦੇ ਹਾਂ ਤਾਂ ਸਾਡੀ ਕਲਾਸ ਦੇ ਵਿੱਚ ਇੱਕ ਸ਼ਾਂਤੀਮਈ ਅਤੇ ਪੀਸਫੁਲ ਵਧੀਆ ਇਨਵਾਇਰਮੈਂਟ ਡਿਵੈਲਪ ਹੁੰਦਾ ਐਂਡ ਵੀ ਹੈਲਪ ਈਚ ਅਦਰ, ਰਾਈਟ। ਤੀਸਰੀ ਸਪੋਰਟਿਵ ਟੈਕਨੀਕ ਹੈ ਸਟੂਡੈਂਟ ਇਨਵੋਲਵਮੈਂਟ ਦੀ। ਜਦੋਂ ਆਪਾਂ ਬੱਚਿਆਂ ਨੂੰ ਐਮਪਾਵਰ ਕਰਦੇ ਹਾਂ, ਬੱਚਿਆਂ ਨੂੰ ਇੰਨੇ ਯੋਗ ਬਣਾ ਦਿੰਦੇ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰ ਸਕਣ ਐਂਡ ਪਲੱਸ ਉਹਨਾਂ ਨੂੰ ਆਪਣੀ ਕਲਾਸ ਵਿੱਚ ਇੱਕ ਓਨਰਸ਼ਿਪ ਹੋਵੇ, ਕਲਾਸ ਨੂੰ ਓਨ ਕਰਨ ਥਰੂ ਐਕਟਿਵ ਇਨਵੋਲਵਮੈਂਟ ਇਨ ਦੀ ਡਿਸਿਪਲਿਨ ਪ੍ਰੋਸੈਸ। ਜਿਵੇਂ ਆਪਾਂ ਕਲਾਸ ਮੋਨੀਟਰਸ ਬਣਾ ਦੇਣਾ ਜਾਂ ਆਪਾਂ ਅਸਾਈਨਮੈਂਟ ਮੋਨੀਟਰਸ ਬਣਾ ਦੇਣਾ, ਆਪਾਂ ਲਾਈਨ ਮੋਨੀਟਰਸ ਬਣਾ ਦੇਣਾ। ਸੋ ਜਿਸ ਤਰ੍ਹਾਂ ਬੱਚੇ ਖੁਦ ਕਲਾਸ ਦੇ ਵਿੱਚ ਇੱਕ ਰਿਸਪੋਂਸੀਬਲ ਬਿਹੇਵੀਅਰ ਇਨਕਲਕੇਟ ਕਰਨ ਲਈ ਕੰਟਰੀਬਿਊਟ ਕਰਨ। ਸੋ ਇਟ ਕੈਨ ਬੀ ਜਿਵੇਂ ਕਲਾਸਰੂਮ ਰਿਸਪੋਂਸਿਬਿਲਿਟੀਜ਼ ਦੇ ਦੇਣਾ, ਜਿਵੇਂ ਮੈਂ ਤੁਹਾਡੀ ਕਲਾਸ ਕਿਵੇਂ ਕਹਿ ਰਹੀ ਕਿ ਬਲੈਕ ਬੋਰਡ ਕੌਣ ਸਾਫ਼ ਕਰੇਗਾ, ਨੋਟਿਸ ਬੋਰਡ ਕੌਣ ਮੇਨਟੇਨ ਕਰੇਗਾ, ਇਸ ਤਰ੍ਹਾਂ ਰਿਸਪੋਂਸਿਬਿਲਿਟੀਜ਼ ਵੰਡ ਦੇਣਾ। ਸਟੱਡੀ ਬਡੀਜ਼ ਬਣਾਉਣਾ, ਰਲ ਮਿਲ ਕੇ ਪੜ੍ਹਨ ਦੇ ਗਰੁੱਪਸ ਬਣਾਉਣਾ, ਸਟੱਡੀ ਗਰੁੱਪਸ। ਹੋਮਵਰਕ ਬਡੀਜ਼ ਬਣਾਉਣਾ ਕਿ ਹੋਮਵਰਕ ਇਕੱਠੇ ਬੈਠ ਕੇ ਜੋ ਕੰਮ ਕਰਨਗੇ। ਫਿਰ ਪੀਅਰ ਟਿਊਟਰਸ, ਆਪਾਂ ਪੀਅਰ ਟਿਊਟਰਿੰਗ ਕਰ ਸਕਦੇ ਹਾਂ ਕਲਾਸ ਦੇ ਵਿੱਚ। ਇੱਕ ਜਿਵੇਂ ਇੰਟੈਲੀਜੈਂਟ ਬੱਚੇ ਦੇ ਨਾਲ ਗਰੁੱਪਿੰਗ ਕਰਤੀ, ਇੱਕ ਬੱਚੇ ਦੀ ਜਿਹਨੂੰ ਥੋੜ੍ਹਾ ਜਿਹਾ ਲੇਟ ਸਮਝ ਆਉਂਦਾ, ਦੈਨ ਦੇ ਕੈਨ ਬੋਥ ਸਟੱਡੀ ਟੂਗੈਦਰ। ਪੀਅਰ ਮੀਡੀਏਟਰਸ ਬਣਾਉਣਾ, ਕਈ ਵਾਰ ਕੀ ਹੁੰਦਾ ਕਿ ਮੈਨੂੰ ਆਪਣੀ ਗੱਲ ਖੁਦ ਟੀਚਰ ਨੂੰ ਦੱਸਣੀ ਨਹੀਂ ਆਉਂਦੀ, ਸੋ ਯੂ ਟੇਕ ਅ ਫਰੈਂਡ ਅਲੋਂਗ ਵਿਦ ਯੂ। ਸੋ ਇਸ ਤਰ੍ਹਾਂ ਆਪਾਂ ਉਹਨਾਂ ਬੱਚਿਆਂ ਲਈ ਜਿਹੜੇ ਬਾਹਲੇ ਆਪਣੀ ਗੱਲ ਨਹੀਂ ਗੱਲਬਾਤ ਕਰਦੇ ਜਾਂ ਇੰਟਰੋਵਰਟ ਨੇ, ਉਹਨਾਂ ਦੇ ਨਾਲ ਕਿਸੇ ਇੱਕ ਬੱਚੇ ਨੂੰ ਲਗਾ ਸਕਦੇ ਕਿ ਇਹਦੀਆਂ ਜੋ ਪ੍ਰੋਬਲਮਸ ਹੈ ਤੁਸੀਂ ਇਨਸ਼ੋਰ ਕਰਨਾ ਹੈ ਕਿ ਉਹ ਟੀਚਰ ਤੱਕ ਪਹੁੰਚਣ। ਇਸੇ ਤਰ੍ਹਾਂ ਪੀਅਰ ਕਾਉਂਸਲਰਸ, ਜੋ ਬੱਚੇ ਕਈ ਸਿਆਣੇ ਬੱਚੇ ਹੁੰਦੇ ਆ ਕਲਾਸ ਵਿੱਚ, ਸੁਲਝੇ ਹੋਏ ਬੱਚੇ ਹੁੰਦੇ ਨੇ, ਉਹ ਦੂਸਰੇ ਬੱਚਿਆਂ ਨੂੰ ਪ੍ਰੋਬਲਮ ਸੋਲਵ ਕਰਨ 'ਚ ਹੈਲਪ ਕਰ ਸਕਦੇ ਨੇ। ਪੀਅਰ ਰਿਕੋਗਨੀਸ਼ਨ, ਇੱਕ ਦੂਜੇ ਦੀ ਪਹਿਚਾਣ। ਐਂਡ ਸਟੂਡੈਂਟ ਲੈਡ ਕਾਨਫਰੰਸਿਸ, ਐਸੀ ਕਾਨਫਰੰਸਿਸ ਅਕੈਡਮਿਕ ਐਕਟੀਵਿਟੀ ਹੁੰਦੀ ਹੈ ਜਿਹਦੇ 'ਚ ਆਪਾਂ ਕੋਈ ਟੋਪਿਕ ਜਾਂ ਕਿਸੇ ਵਿਸ਼ੇ ਦੇ ਉੱਤੇ ਵਿਚਾਰ ਵਟਾਂਦਰਾ ਕਰਦੇ ਹਾਂ। ਸੋ ਨੋਰਮਲੀ ਆਪਾਂ ਬਾਹਰੋਂ ਲੋਕ ਬੁਲਾਉਂਦੇ, ਬਟ ਵੀ ਕੈਨ ਆਰਗੇਨਾਈਜ਼ ਅ ਸਟੂਡੈਂਟ ਕਾਨਫਰੰਸ ਆਲਸੋ। ਸਟੂਡੈਂਟ ਮੂਟ ਕਲੋਸ ਜਿਵੇਂ ਹੁੰਦੇ ਨੇ, ਉਸ ਤਰ੍ਹਾਂ ਬੱਚਿਆਂ ਦੀਆਂ ਕਾਨਫਰੰਸਿਸ ਜਿਹਦੇ ਬੱਚਿਆਂ ਦੇ ਵਿਚਾਰ ਹੈ ਜਿਹੜੇ ਕਿਸੇ ਵੀ ਵਿਸ਼ੇ ਦੇ ਉੱਤੇ ਸੁਣੇ ਜਾ ਸਕਦੇ। ਫੋਰਥ ਸਟ੍ਰੈਟਜੀ ਇਜ਼ ਪੇਰੈਂਟ ਇਨਵੋਲਵਮੈਂਟ, ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਅਤੇ ਬਾਕੀ ਸਟਾਫ ਨੂੰ ਇਨਵੋਲਵ ਕਰਦੇ ਹਾਂ। ਇੱਕ ਅਧਿਆਪਕ ਉਹਦੇ ਬੱਚਿਆਂ ਦੇ ਮਾਂ ਬਾਪ ਨਾਲ ਕਿਸ ਤਰ੍ਹਾਂ ਇੰਟਰੈਕਟ ਕਰਦਾ ਹੈ, ਪਲੱਸ ਉਹਨਾਂ ਦੇ ਮਾਂ ਬਾਪ ਨੂੰ ਬੱਚਿਆਂ ਦੀ ਕਿਹੜੀ ਤਸਵੀਰ ਦਿਖਾਉਂਦਾ ਹੈ, ਉਹ ਬੱਚੇ ਦੇ ਮਨ 'ਤੇ ਬਹੁਤ ਡੂੰਘੀ ਛਾਪ ਛੱਡਦਾ। ਸੋ ਇਟਸ ਗੁੱਡ ਜੇ ਤੁਸੀਂ ਪੇਰੈਂਟਸ ਨੂੰ ਅਤੇ ਬਾਕੀ ਸਟਾਫ ਨੂੰ ਇਨਵੋਲਵ ਕਰੋ। ਜਿਵੇਂ ਆਪਾਂ ਇੱਥੇ ਕਰਾਂਗੇ, ਸਟਾਫ ਦੇ ਵਿੱਚ ਆਪਾਂ
ਜਿਵੇਂ ਆਪਣੇ ਸਕੂਲ ਦੇ ਵਿੱਚ ਮਿਊਜ਼ਿਕ ਟੀਚਰ ਹੁੰਦੇ ਆ, ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਹੁੰਦੇ ਕਿ ਉਹ ਬੱਚਿਆਂ ਦੇ ਬਹੁਤ ਨੇੜੇ ਹੁੰਦੇ ਨੇ। ਸੋ ਉਹਨਾਂ ਟੀਚਰਸ ਨੂੰ ਸੋਸ਼ਲ ਵਰਕਰ ਹੋ ਸਕਦੇ ਆ ਸਕੂਲ ਵਿੱਚ। ਸਕੂਲ 'ਚ ਆਕੂਪੇਸ਼ਨਲ ਥੈਰੇਪਿਸਟ ਰੱਖੇ ਜਾਂਦੇ ਨੇ ਜਿਹੜੇ ਲੋਕ ਬੱਚਿਆਂ ਨੂੰ ਵੋਕੇਸ਼ਨਲ ਸੈਟਲਮੈਂਟ ਵਿੱਚ ਜਾਂ ਕਿਸੇ ਪਰਟੀਕੂਲਰ ਆਕੂਪੇਸ਼ਨ ਦੇ ਸਕਿੱਲ ਸਿਖਾਉਣ 'ਚ ਹੈਲਪ ਕਰਦੇ ਨੇ। ਇਸੇ ਤਰ੍ਹਾਂ ਆਪਣੇ ਕੋਲ ਸਪੀਚ ਅਤੇ ਲੈਂਗੁਏਜ ਟੀਚਰਸ ਹੁੰਦੇ ਨੇ ਜੋ ਬੱਚੇ ਨੂੰ ਕਮਿਊਨੀਕੇਸ਼ਨ ਸਿਖਾਉਂਦੇ ਨੇ। ਐਡਮਿਨਿਸਟ੍ਰੇਟਰ ਥੋੜ੍ਹੇ ਪ੍ਰਿੰਸੀਪਲ ਵਾਈਸ ਪ੍ਰਿੰਸੀਪਲਸ ਹੈ ਜਾਂ ਸਕੂਲ ਦੇ ਕਾਉਂਸਲਰ ਨੇ, ਸਾਈਕੋਲੋਜਿਸਟ ਨੇ ਸਕੂਲ ਦੇ ਵਿੱਚ। ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਬੱਚੇ ਨੂੰ ਵਧੀਆ ਬਿਹੇਵੀਅਰ ਸਿਖਾਉਣ ਦੇ ਵਿੱਚ ਜਿਹੜਾ ਹੈ ਐਫਰਟ ਕਰ ਸਕਦੇ ਹਾਂ, ਰਾਈਟ। ਸੋ 5th ਸਪੋਰਟਿਵ ਟੈਕਨੀਕ ਹੈ ਐਨਕਰੇਜਮੈਂਟ ਐਂਡ ਇਫੈਕਟਿਵ ਪ੍ਰੇਸ। ਬੱਚੇ ਨੂੰ ਇਨਕਰੇਜ ਕਰੋ। ਸੋ ਰਾਦਰ ਕਿ ਆਪਾਂ ਬੱਚੇ ਦੇ ਫਿਨਿਸ਼ਡ ਪ੍ਰੋਡਕਟ ਨੂੰ ਪ੍ਰੇਸ ਕਰਨਾ। ਜਿਵੇਂ ਮੈਂ ਤੁਹਾਨੂੰ ਕੋਈ ਪ੍ਰੋਜੈਕਟ ਬਣਾਉਣ ਲਈ ਦਿੱਤਾ, ਕੋਈ ਮਾਡਲ ਬਣਾਉਣ ਲਈ ਦਿੱਤਾ। ਇੱਕ ਹੁੰਦਾ ਕਿ ਮੈਂ ਜਦੋਂ ਮਾਡਲ ਪੂਰਾ ਬਣ ਕੇ ਆਏਗਾ ਉਦੋਂ ਕਹੂੰ ਵਾਹ ਬੱਚੇ ਬੜਾ ਅੱਛਾ ਮਾਡਲ ਬਣਾਇਆ। ਇੱਕ ਹੁੰਦਾ ਕਿ ਤੁਸੀਂ ਪਾਰਟਸ ਵਿੱਚ ਪਹਿਲਾਂ ਦਿਖਾਉਂਦੇ ਹੋ ਨਾ ਟੀਚਰ ਨੂੰ ਕਿ ਮੈਮ ਮੈਂ ਇਹ ਬਣਾ ਰਿਹਾ, ਇਹ ਬਣਾ ਰਿਹਾ। ਤੁਸੀਂ ਉਹਨਾਂ ਪਾਰਟਸ ਦੀ ਵੀ ਜਿਵੇਂ ਬੱਚੇ ਨੂੰ ਕਹੋ ਕਿ ਬੜਾ ਤੁਸੀਂ ਮਿਹਨਤ ਕਰ ਰਹੇ ਹੋ ਬੇਟੇ, ਮੈਨੂੰ ਲੱਗਦਾ ਤੁਹਾਡਾ ਮਾਡਲ ਬੜਾ ਵਧੀਆ ਬਣ ਕੇ ਆਊਗਾ। ਸੋ ਨਾ ਦਿਸ ਇਜ਼ ਕਿ ਜਦੋਂ ਆਪਾਂ ਫਾਈਨਲ ਪ੍ਰੋਡਕਟ ਦੀ ਬਜਾਏ ਜਿਹੜੇ ਬੱਚੇ ਦੇ ਐਫਰਟਸ ਹੈ ਉਹਨਾਂ ਨੂੰ ਵੀ ਰੈਕੋਗਨਾਈਜ਼ ਕਰੋ ਐਂਡ ਉਹਨਾਂ ਨੂੰ ਇਨਕਰੇਜ ਕਰੋ। ਐਂਡ ਜਿਹੜੀ ਤੁਹਾਡੀ ਪ੍ਰੇਜ਼ ਹੈ ਉਹ ਪ੍ਰਭਾਵਸ਼ਾਲੀ ਹੋਵੇ, ਐਕਚੁਅਲ 'ਚ ਸੱਚੀ ਵੀ ਹੋਵੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾਵੇ ਕਿ ਬੱਚੇ 'ਤੇ ਉਸਦਾ ਅਸਰ ਹੋਵੇ। ਦਿਸ ਇਜ਼ ਦੀ 5th ਸਪੋਰਟਿਵ ਸਟ੍ਰੈਟਜੀ ਦੈਟ ਵੀ ਕੈਨ ਯੂਜ਼। ਐਂਡ ਦ ਲਾਸਟ ਇਜ਼ ਕਿ ਬੱਚੇ ਨੂੰ ਕੈਪੇਬਲ ਬਣਾਉਣਾ। ਉਸਨੂੰ ਇਹ ਮਹਿਸੂਸ ਹੋਣਾ ਕਿ ਉਹ ਇੰਪੋਰਟੈਂਟ ਪਰਸਨ ਹੈ ਲਾਈਫ ਵਿੱਚ ਐਂਡ ਉਹ ਆਪਣੇ ਕੰਮ ਨੂੰ ਖੁਦ ਪੂਰਾ ਕਰ ਸਕਦਾ, ਇੰਨਾ ਕਾਬਿਲ ਉਹ ਹੈ। ਸੋ ਬੱਚੇ ਦੇ ਅੰਦਰ ਉਹ ਭਾਵਨਾ ਨੂੰ ਵਿਕਸਿਤ ਕਰਨਾ ਕਿ ਹੀ ਕੈਨ ਡੂ ਵਰਕ। ਇਹਦੇ ਲਈ ਆਪਾਂ ਜਿਵੇਂ ਸਪੋਜ਼ ਜੋ ਬੱਚਾ ਗਲਤੀਆਂ ਕਰੇ ਉਹਨੂੰ ਇੱਕ ਲਰਨਿੰਗ ਓਪਰਚੁਨਿਟੀ ਬਣਾਓ। ਹੀ ਸ਼ੁੱਡ ਲਰਨ ਫਰੋਮ ਹਿਜ਼ ਮਿਸਟੇਕਸ। ਜੋ ਗਲਤੀਆਂ ਕੀਤੀਆਂ ਵੀ ਨੈਕਸਟ ਟਾਈਮ ਆਪਾਂ ਉਹ ਮਿਸਟੇਕਸ ਨਹੀਂ ਕਰਨੀਆਂ। ਬੱਚੇ ਨੂੰ ਸੁਧਾਰਨ 'ਤੇ ਫੋਕਸ ਕਰੋ। ਪਰਫੈਕਸ਼ਨ ਯੂ ਕੈਨ ਨਾਟ ਬੀ ਅ ਪਰਫੈਕਟ ਪਰਸਨ। ਇਫ ਆਈ ਸੇ ਕਿ ਮੈਂ ਪਰਫੈਕਟ ਟੀਚਰ ਬਣਨਾ, ਆਈ ਕੈਨ ਨੈਵਰ ਬੀ ਅ ਪਰਫੈਕਟ ਟੀਚਰ, ਕਿਉਂਕਿ ਤੁਸੀਂ ਕਿਸੇ ਬੱਚੇ ਲਈ ਥੋੜ੍ਹੀ ਕੋਈ ਨਾ ਕੋਈ ਕਮੀ ਤਾਂ ਰਹਿ ਹੀ ਜਾਂਦੀ ਹੈ। ਸੋ ਤੁਸੀਂ ਇੱਕ ਯਤਨ ਇਹ ਕਰ ਸਕਦੇ ਹੋ ਆਪਣੀਆਂ ਕਮੀਆਂ ਨੂੰ ਦੂਰ ਕਰਨ ਦਾ। ਸੋ ਯੂ ਕੈਨ ਫੋਕਸ ਔਨ ਇੰਪਰੂਵਿੰਗ ਯੋਰ ਸੈਲਫ। ਸੋ ਉਸੇ ਤਰ੍ਹਾਂ ਬੱਚੇ ਨੂੰ ਕਹੋ ਕਿ ਯੂ ਕੈਨ ਨਾਟ ਬੀ ਅ ਪਰਫੈਕਟ ਇੰਡੀਵਿਜੂਅਲ। ਪਰਫੈਕਟ ਹਿਊਮਨ ਬੀਇੰਗ ਦੀ ਕੋਈ ਡੈਫੀਨੇਸ਼ਨ ਨਹੀਂ ਹੁੰਦੀ, ਬਟ ਅਸੀਂ ਆਪਣੀ ਗਲਤੀਆਂ ਨੂੰ, ਆਪਣੀਆਂ ਕਮੀਆਂ ਨੂੰ ਸੁਧਾਰ ਸਕਦੇ ਹਾਂ। ਸੋ ਉਸ ਚੀਜ਼ 'ਤੇ ਫੋਕਸ ਕਰਨਾ। ਹਰ ਬੱਚੇ ਵਿੱਚ ਕੁਛ ਨਾ ਕੁਛ ਸਟਰੈਂਥ ਹੁੰਦੀ ਹੈ, ਉਹਦੀ ਕੋਈ ਨਾ ਕੋਈ ਤਾਕਤ ਹੁੰਦੀ ਹੈ। ਉਸ ਤਾਕਤ ਨੂੰ ਅੱਗੇ ਲੈ ਕੇ ਆਉਣਾ, ਰਾਈਟ। ਬੱਚੇ ਨੂੰ ਥੋੜ੍ਹੀ ਜਿਹੀ ਸਟਰਗਲ ਕਰਨ ਦਿਓ, ਥੋੜ੍ਹੀ ਜਿਹੀ ਮਿਹਨਤ ਕਰਨ ਦਿਓ। ਵੈਨ ਯੂ ਸਟਰਗਲ ਕਿਸੇ ਚੀਜ਼ ਨੂੰ ਲੈਣ ਲਈ, ਜਦੋਂ ਤੁਹਾਨੂੰ ਮਿਲਦੀ ਹੈ ਫਿਰ ਖੁਸ਼ੀ ਵੀ ਜ਼ਿਆਦਾ ਹੁੰਦੀ ਹੈ। ਸੋ ਲੈਟ ਦ ਚਾਈਲਡ ਸਟਰਗਲ। ਜੇ ਕੋਈ ਕੰਮ ਮੁਸ਼ਕਿਲ ਹੈ, ਜਿਵੇਂ ਬੱਚੇ ਨੇ ਕਹੋ ਵੀ ਹਾਂ ਬੇਟੇ ਵੈਸੇ ਕਾਫੀ ਮੁਸ਼ਕਿਲ ਕੁਐਸਚਨ ਸੀਗਾ, ਚਲੋ ਕੋਈ ਗੱਲ ਨਹੀਂ ਜੇ ਤੁਹਾਡੇ ਤੋਂ ਨਹੀਂ ਹੋਇਆ। ਸੋ ਐਕਨੋਲੇਜ ਦੈਟ ਕਿ ਕਈ ਵਾਰ ਕੋਈ ਕੰਮ ਵੀ ਮੁਸ਼ਕਿਲ ਹੁੰਦਾ ਕਰਨਾ, ਰਾਈਟ। ਬੱਚੇ ਦੀ ਜਦੋਂ ਪ੍ਰੈਜੈਂਟ ਦੇ ਵਿੱਚ ਕੋਈ ਗਲਤੀ ਹੋ ਗਈ ਉਸ 'ਤੇ ਫੋਕਸ ਕਰਨ ਦੀ ਬਜਾਏ ਉਹਦੇ ਪਿੱਛੇ ਜਦੋਂ ਉਹਨੇ ਵਧੀਆ ਕੰਮ ਕੀਤੇ ਨੇ ਉਹਨੂੰ ਜ਼ਿਆਦਾ ਉੱਪਰ ਉਭਾਰੋ। ਸੋ ਉਸ ਨਾਲ ਬੱਚਾ ਆਪਣੀਆਂ ਮੌਜੂਦਾ ਜਿਹੜੀਆਂ ਕਮੀਆਂ ਨੇ ਉਹਨਾਂ ਵਿੱਚ ਡੀਮੋਟੀਵੇਟ ਨਹੀਂ ਹੋਏਗਾ। ਵੱਡੇ ਕੰਮ ਨੂੰ ਛੋਟੇ ਛੋਟੇ ਹਿੱਸਿਆਂ ਵਿੱਚ ਤੋੜ ਦੇਣਾ। ਪੋਜ਼ੀਟਿਵ ਸੈਲਫ ਟਾਕ ਕਰਵਾਉਣਾ। ਬਹੁਤੀ ਵਾਰ ਅਸੀਂ ਜਦੋਂ ਮੈਂ ਤੁਹਾਨੂੰ ਕਹਿੰਦੀ ਹਾਂ ਤੁਹਾਡੇ ਨੈਕਸਟ ਸਮੈਸਟਰ ਤੁਹਾਨੂੰ ਪੁੱਛਾਂਗੇ ਅੰਡਰਸਟੈਂਡਿੰਗ ਦ ਸੈਲਫ ਵਿੱਚ ਕਿ ਹੂ ਐਮ ਆਈ, ਉਸ 'ਤੇ ਆਨਸਰਸ ਦਿਓ। ਤਾਂ ਬਹੁਤੀ ਵਾਰ ਬੱਚੇ ਆਪਣੀਆਂ ਕਮੀਆਂ ਵੀ ਦੱਸਦੇ ਨੇ। ਕਮੀਆਂ ਦੀ ਬਜਾਏ ਵਾਈ ਨੋਟ ਅਸੀਂ ਆਪਣੇ ਬਾਰੇ ਪੋਜ਼ੀਟਿਵਲੀ ਬੋਲੀਏ, ਵਾਟ ਇਜ਼ ਗੁੱਡ ਇਨ ਯੂ। ਸੋ ਹਮੇਸ਼ਾ ਆਪਣੇ ਆਪ ਨੂੰ ਆਈ ਐਮ ਦੀ ਬੈਸਟ, ਆਈ ਹੈਵ ਦਿਸ ਆਪਣੇ ਆਪ ਨੂੰ ਪੋਜ਼ੀਟਿਵਲੀ ਮੋਟੀਵੇਟ ਕਰੋ। ਐਂਡ ਬੱਚੇ ਦੀਆਂ ਜਿਹੜੀਆਂ ਅਚੀਵਮੈਂਟਸ ਆ ਉਹਨਾਂ ਨੂੰ ਸੈਲੀਬ੍ਰੇਟ ਕਰੋ। ਸੋ ਜਿਵੇਂ ਸਪੋਜ਼ ਆਪਣੇ ਯੂਨੀਵਰਸਿਟੀ ਪੇਜ ਦੇ ਉੱਪਰ ਵੀ ਆਪਾਂ ਬੱਚਿਆਂ ਦੀਆਂ ਅਚੀਵਮੈਂਟਸ ਆ ਜਿਹੜੀਆਂ ਉਹ ਸ਼ੇਅਰ ਕਰਦੇ ਹਾਂ। ਸੋ ਦੈਨ ਦੈਟ ਮੋਟੀਵੇਟ ਅਦਰ ਸਟੂਡੈਂਟਸ ਆਲਸੋ, ਪਲੱਸ ਉਹਨਾਂ ਬੱਚਿਆਂ ਨੂੰ ਵੀ ਚੰਗਾ ਲੱਗਦਾ। ਸੋ ਵੀ ਕੈਨ ਸੈਲੀਬ੍ਰੇਟ ਦੈਟ ਆਲਸੋ। ਐਂਡ ਦ 7th ਇਜ਼ ਟੀਚਰ ਸਟੂਡੈਂਟ ਰਿਲੇਸ਼ਨਸ਼ਿਪ। ਇਹ ਹਰ ਉਹਦੇ ਵਿੱਚ ਆਏਗਾ ਕਿ ਤੁਹਾਡਾ ਅਧਿਆਪਕ ਦਾ ਵਿਦਿਆਰਥੀ ਨਾਲ ਜਿਹੜਾ ਰਿਸ਼ਤਾ ਉਹ ਵਧੀਆ ਹੋਣਾ ਚਾਹੀਦਾ। ਇਹਦੇ ਲਈ ਤੁਸੀਂ ਕੀ ਕਰਨਾ, ਬੱਚੇ ਨੂੰ ਸੁਣੋ, ਲਿਸਨ ਟੂ ਦ ਸਟੂਡੈਂਟਸ। ਬੱਚਿਆਂ ਨੂੰ ਡਿਸੀਜਨ ਮੇਕਿੰਗ 'ਚ ਇਨਵੋਲਵ ਕਰੋ। ਤੁਸੀਂ ਕਲਾਸ 'ਚ ਇੱਕ ਸਜੈਸ਼ਨ ਬਾਕਸ ਰੱਖ ਸਕਦੇ ਹੋ। ਬੱਚਿਆਂ ਨੂੰ ਪੋਜ਼ੀਟਿਵ ਗੱਲਾਂ ਬੱਚਿਆਂ ਨਾਲ ਸ਼ੇਅਰ ਕਰੋ। ਜਦੋਂ ਪੜ੍ਹਾਓ ਤਾਂ ਪੂਰੀ ਮੋਟੀਵੇਸ਼ਨ ਆ, ਇੰਥੂਸੀਆਜ਼ਮ ਨਾਲ ਪੜ੍ਹਾਓ। ਬੱਚਿਆਂ ਨੂੰ ਗ੍ਰੀਟ ਕਰੋ ਨਾਮ ਨਾਲ, ਉਹਨਾਂ ਦੇ ਇੰਟਰਸਟ ਵਿੱਚ ਇੰਟਰਸਟ ਸ਼ੋ ਕਰੋ। ਇੱਕ ਅੱਧੀ ਵਾਰ ਪੁੱਛੋ ਵੀ ਕੌਣ ਸੀ ਮੂਵੀ ਹੈ, ਕਿਹੜੀ ਮੂਵੀ ਉਹ ਦੇਖਦੇ ਨੇ, ਉਹਨਾਂ ਦੇ ਸੁਪਰ ਹੀਰੋਜ਼ ਹੁੰਦੇ ਨੇ, ਉਹਨਾਂ ਨਾਲ ਇੰਟਰਸਟ ਸ਼ੋ ਕਰੋ। ਬੱਚਿਆਂ ਦੀ ਜਿਹੜੀ ਸਕੂਲ ਤੋਂ ਬਾਹਰਲੀ ਜ਼ਿੰਦਗੀ ਹੈ ਉਹਦੇ ਅਹਿਮ ਜਿਹੜੀ ਜਾਣਕਾਰੀ ਹੈ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਅਤੇ ਯਾਦ ਵੀ ਰੱਖੋ। ਬੱਚਿਆਂ ਨਾਲ ਗੱਲਬਾਤ ਕਰੋ ਆਊਟਸਾਈਡ ਦੀ ਕਲਾਸ, ਕਿਉਂਕਿ ਉਹ ਇਨਫੋਰਮਲ ਹੋ ਜਾਂਦਾ। ਉਹਨਾਂ ਦੀਆਂ ਅਕੰਪਲਿਸ਼ਮੈਂਟਸ ਨੂੰ ਸੈਲੀਬ੍ਰੇਟ ਕਰੋ। ਕਦੇ ਕਦੇ ਜਿਵੇਂ ਸਕੂਲਸ ਵਿੱਚ ਤਾਂ ਕੰਪਲਸਰੀ ਹੈ ਟੀਚਰ ਨੂੰ ਟੂ ਈਟ ਲੰਚ ਵਿਦ ਸਟੂਡੈਂਟਸ, ਸੋ ਯੂ ਕੈਨ ਈਟ ਲੰਚ ਵਿਦ ਸਟੂਡੈਂਟਸ ਆਲਸੋ। ਬੱਚਿਆਂ ਦੇ ਬਰਥਡੇ ਸੈਲੀਬ੍ਰੇਟ ਕਰਨਾ। ਬੱਚਿਆਂ ਨਾਲ ਲਾਈਨ ਆਫ ਕਮਿਊਨੀਕੇਸ਼ਨ ਓਪਨ ਰੱਖਣਾ, ਕਦੇ ਵੀ ਬੱਚੇ ਤੁਹਾਡੇ ਨਾਲ ਗੱਲ ਕਰ ਸਕਦੇ ਨੇ। ਕੋਲੈਬੋਰੇਟਿਵ ਡਿਸਿਪਲਿਨ ਬਣਾਉਣਾ, ਰਲ ਕੇ ਆਪਾਂ ਡਿਸਿਪਲਿਨ ਬਣਾਈਏ। ਬੱਚੇ ਦੀਆਂ ਸਟਰੈਂਥਸ 'ਤੇ ਧਿਆਨ ਦੇਣਾ। ਬੱਚਿਆਂ ਨੂੰ ਇੱਕ ਪੋਜ਼ੀਟਿਵ ਮੈਸੇਜ ਭੇਜਣਾ। ਹਮੇਸ਼ਾ ਆਪ ਇੱਕ ਵਧੀਆ ਬਿਹੇਵੀਅਰ ਬੱਚਿਆਂ ਨੂੰ ਦਿਖਾਉਣਾ। ਬੱਚਿਆਂ ਦਾ ਸਹਿਯੋਗ ਕਰਨਾ। ਬੱਚਿਆਂ ਦੀਆਂ ਈਵੈਂਟਸ ਅਟੈਂਡ ਕਰਨਾ। ਇਟ ਕੈਨ ਬੀ ਜਿਵੇਂ ਬਰਥਡੇਜ਼ ਪਾਰਟੀ ਜਾਂ ਜੇ ਬੱਚੇ ਨੇ ਤੁਹਾਨੂੰ ਇਨਵਾਈਟ ਕੀਤਾ ਉਹਨੂੰ ਅਟੈਂਡ ਕਰੋ। 1-to-1 ਟਾਈਮ ਰੱਖਣਾ। ਇਕੱਲੇ ਨਾਲ ਗੱਲ ਕਰਨ ਦਾ ਵੀ ਟਾਈਮ ਹੋਣਾ ਚਾਹੀਦਾ। ਪੂਰੀ ਕਲਾਸ ਵਿੱਚ ਕਈ ਵਾਰ ਬੱਚੇ ਆਪਣੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਦੇ। ਫੋਕਸ ਔਨ ਸਕਸੈਸ ਆਫ ਆਲ ਸਟੂਡੈਂਟਸ। ਕਿਸੇ ਇੱਕ ਬੱਚੇ ਦੀਆਂ ਉਪਲਬਧੀਆਂ ਨੂੰ ਹੀ ਨਹੀਂ ਵੱਲ ਧਿਆਨ ਦੇਣਾ, ਹਰ ਬੱਚੇ ਦੀ ਉਪਲਬਧੀ ਵੱਲ ਧਿਆਨ ਦੇਣਾ। ਬੱਚੇ ਦੇ ਕੰਮ ਨੂੰ ਡਿਸਪਲੇ ਕਰਨਾ।
एंड लेट स्टूडेंट्स चूज विच वर्क इज़ टू बी डिस्प्ले। जो हम अपने 50 बच्चों ने चार्ट्स बनाए ने कि मैं चूज करा कि किहड़ा चार्ट डिस्प्ले करना। लेट स्टूडेंट्स डू द वर्क। बच्चों के व्यक्तिगत भिन्नतावां नूं एक्सैप्ट करना एंड वैल्यू स्टूडेंट्स डाइवर्सिटी। जो साडे अंदर विलक्षणता है विद्यार्थियों नूं लैके उस चीज़ की वैल्यू करना, राइट। सो उस तो बाद जिवें कुछ सपोर्टिव स्ट्रैटेजीज एंड जनरल जिहड़ियां दित्तियां होईयां ने अगेन जिहड़ियां आपां वैसे ऑलमोस्ट डिस्कस कर चुके हैं। इहदे चों जिवें सपोज गिव अटेंशन टू रिस्पॉन्सिबल बिहेवियर्स, उन्हां वल ध्यान देना, पॉजिटिव टीचर स्टूडेंट रिलेशन करना, ऑलरेडी डन, इनकरेजमेंट ते प्रेज देना, इनकॉर्पोरेट कैपेबल स्ट्रैटेजीज जिहदे नाल तुसीं अपनियां इंस्ट्रक्शनस नूं अडैप्ट कर सको तां जो स्टूडेंट्स की जिहड़ी डाइवर्सिटी है उहनूं तुसीं मीट कर सको। लेजीमेट एवेन्यूज़ फॉर पावर, क्लास दे विच बच्चों दे विच पावर नूं लैके ताकतां जिवें आपां क्लास मॉनीटर नूं कुछ पावर्स दे दिंदे आ, सीआस नूं कुछ दे दिंदे आ, उस तरह करना। रिस्पॉन्सिबिलिटीज़ बच्चों नूं देना, डिसीजन मेकिंग च करना, चॉइसिस देना, विकल्प देना बच्चे नूं भी जे तूं ये नहीं करना तो ये कर लै, सो गिव हिम सम चॉइसिस। एंगर मैनेजमेंट स्किल सिखाना, कॉन्फ्लिक्ट रेजोल्यूशन सिखाना, प्रो सोशल रिस्पॉन्सिबल बिहेवियर सिखाना, समाज के प्रति साडा बिहेवियर जिम्मेवार। जिवें कल कई बच्चों ने दिए लाए, इसी सब ने मोस्ट ऑफ दैम यू मस्ट हैव डन दैट। कई ने सड़कों पर निकल निकल के भी लाए होंगे, कई ने आतिशबाजियां चलाइया। डू यू थिंक दैट वॉज सोशल बिहेवियर? सानूं पता भी साडे खेतों में जिहड़ियां फसलां खड़ियां ने, जे बाई चांस कोई चिंगारी उत्थे गिर गई तो किसान नूं कितना नुकसान होएगा। सो असी प्रो सोशल बिहेवियर साडा रिस्पॉन्सिबल नहीं सी, समाज प्रति साडा जिम्मेवारी भरिया व्यवहार होना। स्ट्रैस मैनेजमेंट सिखाना, पॉजिटिव टीचर स्टूडेंट रिलेशनशिप नूं इनकरेज करना, स्कूल के प्रति कमिटमेंट ते स्कूल दीयां वक्-वक् गतिविधियां विच पार्टिसिपेट करना, पेरेंट चाइल्ड कम्यूनीकेशन वधाउणा, बच्चे की सक्सैस का अनुमान लगाना कि हू कैन बी सक्सैसफुल एंड उसके अकॉर्डिंगली बच्चे लिए वर्क करना, स्कूल काउंसलर नूं इनवॉल्व करना, इफेक्टिव टीचिंग चॉइसिस यूज़ करना बच्चे के इंटरस्ट मुताबिक, एंड पीयर काउंसलिंग प्रोग्राम चलाना, राइट। सो ये थोड़े को एग्जाम्पल्स हैं दो टीचर्स दियाँ। वन टीचर इज़ जैन राइट, जिन्हें अपने किसी देखो ना व्हाट शी डिड वाज शी हैड अ डिस्कशन विद अदर टीचर, है ना, कोलैबोरेशन किया उसने। उसमें उसने अपनी क्लास में की चीज़ां यूज़ कीतियां एज सपोर्टिव टैक्नोलॉजी आप देखांगे। सब तो पहला उसने किया नॉन वर्बल क्यू, दिस इज़ द फर्स्ट थिंग शी डिड। सो अपनी क्लास में उन्हें नॉन वर्बल क्यूज़ यूज़ करने शुरू करते। सो जो खास करके लिसनिंग एक्टिविटी दौरान, क्योंकि उदों अक्सर बच्चे चुप करके बैठे होंगे बट कई शरारतां भी करते हैं। सो उस टाइम उसने यूज़ करने शुरू किए। दैन सैकेंड उसने की किया कि ਜਿਹੜੇ वैल बिहेव्ड बच्चे से, ਜਿਹੜੇ ਬੱਚੇ ਵਧੀਆ ਕੰਮ ਕਰ ਰਹੇ ਸੀ, ਉਹਨਾਂ ਲਈ प्रेस की ਜਿਹੜੀ मात्रा ਵਧਾਤੀ। इसने एक रिपल इफैक्ट का काम किया। रिपल इफैक्ट होंगे जो आप पत्थर सिटते हैं पानी में तो जी लहर बनती हैं, दैट इज़ कॉल्ड रिपल। सो लहर एक तो एक फैलती रहती है। सो कहते जो मैं वैल बिहेव्ड बच्चों वध प्रेस दी, उस नाल जिहड़े बच्चे मेरी क्लास बिहेव वधिया नहीं करते सी, वो भी ठीक बिहेव करन लग गए, क्योंकि उन्होंने एक आस हुई कि टीचर सानू भी प्रेस करेगा, राइट। दैन थर्ड इज़ ऑल्टरिंग दी प्रॉक्सीमिटी, स्टूडेंट्स के नाल जिहड़ी प्रॉक्सीमिटी है उसनू इन्हें चेंज किया। 3 डिफरेंट पोजीशंस यूज़ कीतियां, जिवें अप क्लोज पोजीशन यूज़ की, नॉर्मली इक्को जगह खड़ी रहती सी टीचर, बट उस तो बाद इसने की किया कि ਜਿਹੜੇ बच्चे स्पैसीफिक स्टूडेंट ਨੂੰ ਜੇ रिमाइंड करना तो ਉਹਦੇ ਕੋਲ ਜਾ ਕੇ खड़े हो जाना। इस तरह जो इन्हें स्ट्रैटेजीज अपनाई अपनी क्लास में तो इसनू लग्या कि जी क्लास की लर्निंग एक्टिविटी वो इंक्रीज़ भी होगी एंड दिस द क्लास बिकेम ईजी टू बी मैनेजड। उसी तरह अपने को दूसरा टीचर है एमी एग्जलैंडर। एमी एग्जलैंडर ने की किया सी, शी हैज़ अ वेरी मोबाइल प्रेजेंस इन दी क्लासरूम। सब तो पहला तो ये स्ट्रैटेजी है कि क्लास में घूमते रहते हैं, जिस नाल कि हर बच्चे वाल ध्यान दे पाते। दैन अपने स्टूडेंट्स नू प्रेस करना रेगूलरली, जो भी वो कुछ छोटे तो छोटा काम भी करते हैं वो प्रेस करते। दैन थर्ड सी, शी नोज़ दी फैमिली इन्वायरमेंट ऑफ हर स्टूडेंट्स। उन्होंने देखा कि कुछ बच्चे जोड़े वो मेरी क्लास में ब्रोकन फैमिलीज़ तो आते हैं एंड वो ब्रोकन फैमिलीज़ से आने के उन्होंने बाली कई बार तारीफ अपने घरों में नहीं मिलती। सो उन्होंने बच्चों लिए इन्हें ज़्यादा तारीफ देना शुरू किया, राइट। सो उस नाल की हो गया कि वो बच्चों का जी सैल्फ कॉन्सैप्ट है वो वधिया हो गया। फोर्थ उन्होंने किया वेट टाइम, भी जिवें नॉर्मली कि पढ़ाते पढ़ाते जो लगे कि बच्चे हिलन होने लग गए, चुप कर जाओ, लेट द स्टूडेंट सैटल। इसी तरह जो क्लास क्वेश्चन पूछा उन्होंने कुछ टाइम दो सो दैट द चाइल्ड कैन कंसनट्रेट एंड आंसर, राइट। एंड फिफ्थ उन्होंने यूज़ की विस्पर टेक्निक, कन में जाके तारीफ भी कंच करनी है एंड झिड़का भी कंच देनिया ने। सो वो की हो गया दूजे बच्चे क्यूरियोसिटी भी होगी भी पता नहीं मैम उन्होंने की कह रहे हैं एंड दिस हेल्प्स कि बच्चा फिर कहता मैं भी यही कुछ करूँगा कि मैम विल कम एंड टॉक टू मी ऑल्सो। सो दिस काइंड ऑफ थिंग्स कैन बी यूज्ड। जो अपनी जो यूनिवर्सिटी क्लास लगू आई ट्राई टू शो यू दीज वीडियोज़ सो दैट उन्होंने वीडियोज़ के नाल थोनू ये चीज़ां ज़्यादा चंगी तरह समझ आनियां। सो दिस वॉज ऑल अबाउट सपोर्टिव स्ट्रैटेजीज़। We will cover the corrective strategies in our next slide. I hope this is clear with you.
the basic difference is clear with you that preventive strategies means those strategies जो ਆਪਾਂ behavior prevent ਕਰਨ ਲਈ use ਕਰਦੇ ਹਾਂ, supportive strategies ਵਿੱਚ ਅਸੀਂ ਬੱਚਿਆਂ ਦੀ help ਕਰਦੇ ਹਾਂ to develop good behavior. Thank you.